ਹੁਣ ਆਪਾਂ ਡਿਸਕਸ ਕਰਾਂਗੇ VCRS ਦੀ ਜਿਹੜੀ ਪ੍ਰੋਸੈਸ ਹੈ, ਜਿਹੜਾ ਸਾਈਕਲ ਹੈ, ਉਹ TS ਡਾਇਗਰਾਮ ਤੇ। TS ਮਤਲਬ T ਮਤਲਬ ਟੈਂਪਰੇਚਰ, S ਮਤਲਬ ਐਂਟਰੋਪੀ, ਜਾਂ ਫਿਰ ਇੱਥੇ ਆਪਾਂ ਸਪੈਸੀਫਿਕ ਐਂਟਰੋਪੀ ਯੂਜ਼ ਕਰ ਰਹੇ ਹਾਂ। ਤਾਂ ਇਸ ਦੇ ਵਿੱਚ ਕੀ ਹੋ ਰਿਹਾ ਹੈ, ਪਹਿਲਾਂ ਤਾਂ ਆਪਣੇ ਕੋਲ ਇਹ ਡੋਮ ਦੀ ਸ਼ੇਪ ਦਾ ਬਣਿਆ ਹੈ। ਇਸ ਦਾ ਮਤਲਬ ਕੀ ਹੈ, ਇਹ ਆਪਣੀ ਸੈਚੂਰੇਟਿਡ ਲਿਕੁਇਡ ਲਾਈਨ, ਇਹ ਆਪਣੀ ਸੈਚੂਰੇਟਿਡ ਵੇਪਰ ਲਾਈਨ। ਜਦੋਂ ਆਪਣਾ ਰੈਫ੍ਰਿਜਰੈਂਟ ਇਸ ਲਾਈਨ 'ਤੇ ਕਿਤੇ ਵੀ ਹੋਵੇਗਾ, ਉਹ ਇੱਕ ਪਿਓਰ ਵੇਪਰ ਫੋਮ 'ਚ ਹੋਵੇਗਾ, ਇਸੇ ਕਰਕੇ ਇਹਨੂੰ ਕਹਿੰਦੇ ਆ ਸੈਚੂਰੇਟਿਡ ਵੇਪਰ ਲਾਈਨ। ਇਸੇ ਤਰ੍ਹਾਂ ਜਦ ਵੀ ਆਪਣਾ ਰੈਫ੍ਰਿਜਰੈਂਟ ਇਸ ਲਾਈਨ 'ਤੇ ਹੋਵੇਗਾ ਤਾਂ ਉਹ ਪਿਓਰਲੀ ਲਿਕੁਇਡ ਫੋਮ 'ਚ ਹੋਵੇਗਾ, ਸੈਚੂਰੇਟਿਡ ਲਿਕੁਇਡ ਫੋਮ 'ਚ ਹੋਵੇਗਾ। ਜਦੋਂ ਆਪਣਾ ਰੈਫ੍ਰਿਜਰੈਂਟ ਇਹਨਾਂ ਦੋਹਾਂ ਲਾਈਨਾਂ ਦੇ ਵਿਚਕਾਰ ਕਿਤੇ ਵੀ ਹੋਵੇਗਾ, ਇਸ ਦਾ ਮਤਲਬ ਇਹ ਹੈ ਕਿ ਉਹ ਆਪਣਾ ਮਿਕਸਚਰ ਫੋਮ 'ਚ ਹੋਵੇਗਾ। ਉਸ ਟਾਈਮ ਉਹ ਲਿਕੁਇਡ ਪਲੱਸ ਵੇਪਰ ਫੋਮ 'ਚ ਹੋਵੇਗਾ। ਇਹਨੂੰ ਆਪਾਂ ਵੈਟ ਸਟੇਟ ਵੀ ਕਹਿੰਦੇ ਨੇ। ਓਕੇ, ਇਸੇ ਤਰ੍ਹਾਂ ਜਦ ਆਪਣਾ ਰੈਫ੍ਰਿਜਰੈਂਟ ਇਸ ਲਾਈਨ ਤੋਂ ਯਾਨੀ ਕਿ ਸੈਚੂਰੇਟਿਡ ਵੇਪਰ ਲਾਈਨ ਤੋਂ ਰਾਈਟ ਸਾਈਡ ਨੂੰ ਹੋਵੇਗਾ ਤਾਂ ਉਹਨੂੰ ਆਪਾਂ ਕਹਿੰਦੇ ਹਾਂ ਸੁਪਰ ਹੀਟਡ ਸਟੇਟ। ਓਕੇ, ਅਤੇ ਇਸੇ ਤਰ੍ਹਾਂ ਜਦੋਂ ਆਪਣਾ ਰੈਫ੍ਰਿਜਰੈਂਟ ਇਸ ਲਾਈਨ ਤੋਂ ਲੈਫਟ ਡਾਇਰੈਕਸ਼ਨ 'ਚ ਹੋਵੇਗਾ ਅਤੇ ਉਹਨੂੰ ਆਪਾਂ ਕਹਿੰਦੇ ਹਾਂ ਅੰਡਰ ਕੂਲਡ। ਨਾਓ ਇਸ ਦੇ ਵਿੱਚ ਤੁਸੀਂ ਕੁਝ ਹੋਰ ਲਾਈਨਾਂ ਵੀ ਦੇਖੋਗੇ। ਫੋਰ ਐਗਜ਼ਾਮਪਲ ਇੱਥੇ ਲਿਖੇ ਗਏ ਆਈਸੋਬਾਰਸ। ਆਈਸੋਬਾਰਸ ਦਾ ਮਤਲਬ ਹੈ ਉਹ ਲਾਈਨਸ ਜਿਨ੍ਹਾਂ 'ਤੇ ਪ੍ਰੈਸ਼ਰ ਕੌਂਸਟੈਂਟ ਰਹਿੰਦਾ ਹੈ। ਫੋਰ ਐਗਜ਼ਾਮਪਲ ਇਹ ਆਪਣੀ ਆਈਸੋਬਾਰ ਹੈ। ਇਹ ਲਾਈਨ ਸਟ੍ਰੇਟ ਨਹੀਂ ਹੈਗੀ। ਸਟ੍ਰੇਟ ਕਿਉਂ ਨਹੀਂ ਹੈਗੀ? ਕਿਉਂਕਿ ਇਸ 'ਤੇ ਟੈਂਪਰੇਚਰ ਚੇਂਜ ਹੋ ਰਿਹਾ ਹੈ। ਇੱਥੇ ਟੈਂਪਰੇਚਰ ਸੇਮ ਹੈ ਕਿਉਂ ਇਹ ਲਾਈਨ ਆਪਣੀ ਸਟ੍ਰੇਟ ਹੈ, ਪਰ ਅੱਗੇ ਟੈਂਪਰੇਚਰ ਇਨਕਰੀਜ਼ ਹੋ ਰਿਹਾ ਹੈ। ਪਰ ਇਸ ਲਾਈਨ 'ਤੇ ਪ੍ਰੈਸ਼ਰ ਹਰ ਪੁਆਇੰਟ 'ਤੇ ਸੇਮ ਹੋਵੇਗਾ। ਜਿਹੜੀ ਪ੍ਰੈਸ਼ਰ ਦੀ ਵੈਲਿਊ ਹੈ ਇਸ ਲਾਈਨ 'ਤੇ ਕੋਈ ਵੀ ਪੁਆਇੰਟ ਤੁਸੀਂ ਲਓਗੇ, ਹਰੇਕ ਪੁਆਇੰਟ 'ਤੇ ਆਪਣਾ ਪ੍ਰੈਸ਼ਰ ਸੇਮ ਹੋਵੇਗਾ। ਇਸੇ ਤਰ੍ਹਾਂ ਇਸ ਲਾਈਨ 'ਤੇ ਪ੍ਰੈਸ਼ਰ ਦੀ ਵੈਲਿਊ ਹਰ ਇੱਕ ਪੁਆਇੰਟ 'ਤੇ ਸੇਮ ਹੋਵੇਗੀ। ਇਸੇ ਕਰਕੇ ਇਹਨਾਂ ਨੂੰ ਕਿਹਾ ਜਾਂਦਾ ਹੈ ਆਈਸੋਬਾਰਸ। ਹੁਣ ਆਪਾਂ ਡਿਸਕਸ ਕਰਦੇ ਹਾਂ ਕਿ ਆਪਣਾ ਜਿਹੜਾ VCRS ਦਾ ਸਾਈਕਲ ਹੈ ਉਸ ਦੇ ਵਿੱਚ ਕੀ ਹੋ ਰਿਹਾ ਸੀ, ਜਿਹੜਾ ਆਪਾਂ ਲਾਸਟ ਡਾਇਗਰਾਮ 'ਚ ਦੇਖਿਆ ਸੀ। ਤਾਂ ਜਿਹੜਾ ਇਹ ਰੀਜ਼ਨ ਹੈ, ਇਹ ਆਪਣਾ ਇਵੈਪੋਰੇਟਰ ਦਾ ਰੀਜ਼ਨ ਹੈ। ਇਸ ਦੇ ਵਿੱਚ ਕੀ ਹੋ ਰਿਹਾ ਹੈ, ਆਪਣਾ ਟੈਂਪਰੇਚਰ ਕੌਂਸਟੈਂਟ ਹੈ। ਟੈਂਪਰੇਚਰ ਦੀ ਲਾਈਨ ਤੁਸੀਂ ਦੇਖੋਗੇ ਸਟ੍ਰੇਟ ਹੈ, ਮਤਲਬ ਆਪਣਾ ਟੈਂਪਰੇਚਰ ਕੌਂਸਟੈਂਟ ਹੈ, ਪਰ ਜਿਹੜੀ ਐਂਟਰੋਪੀ ਹੈ ਉਹ ਲਗਾਤਾਰ ਇਨਕਰੀਜ਼ ਹੋ ਰਹੀ ਹੈ। ਇਸ ਪੁਆਇੰਟ 'ਤੇ ਆ ਕੇ ਆਪਣਾ ਜਿਹੜਾ ਰੈਫ੍ਰਿਜਰੈਂਟ ਹੈ ਉਹ ਕੰਪਰੈਸਰ ਦੇ ਵਿੱਚ ਐਂਟਰੀ ਕਰ ਜਾਂਦਾ ਹੈ, ਅਤੇ ਕੰਪਰੈਸਰ 'ਚ ਐਂਟਰੀ ਕਰਨ ਤੋਂ ਬਾਅਦ ਕੀ ਹੁੰਦਾ ਹੈ, ਉਸ ਦਾ ਟੈਂਪਰੇਚਰ ਲਗਾਤਾਰ ਇਨਕਰੀਜ਼ ਹੁੰਦਾ ਹੈ ਅਤੇ ਐਂਟਰੋਪੀ ਕੌਂਸਟੈਂਟ ਰਹਿੰਦੀ ਹੈ। ਰਾਈਟ, ਲਾਸਟ ਸਲਾਈਡ 'ਚ ਆਪਾਂ ਦੇਖਿਆ ਸੀ ਇੱਕ ਟਰਮ ਆਈ ਸੀ ਆਈਜ਼ੈਂਟਰੋਪਿਕ। ਆਈਜ਼ੈਂਟਰੋਪਿਕ ਦਾ ਮਤਲਬ ਆਪਾਂ ਦੇਖਿਆ ਸੀ ਜਦੋਂ ਆਪਣੀ ਐਂਟਰੋਪੀ ਕੌਂਸਟੈਂਟ ਰਵੇ। ਤਾਂ ਇਹ ਚੀਜ਼ ਆਪਾਂ ਇੱਥੇ ਵੀ ਦੇਖ ਸਕਦੇ ਹਾਂ। ਜਿਹੜਾ ਪੁਆਇੰਟ 1 ਹੈ ਅਤੇ ਪੁਆਇੰਟ 2 ਹੈ। ਪੁਆਇੰਟ 1 ਹੈ ਆਪਣਾ ਕੰਪਰੈਸਰ ਐਂਟਰੀ ਦਾ ਪੁਆਇੰਟ, ਪੁਆਇੰਟ 2 ਹੈ ਆਪਣਾ ਕੰਪਰੈਸਰ ਐਗਜ਼ਿਟ ਦਾ ਪੁਆਇੰਟ। ਪੁਆਇੰਟ 1 ਅਤੇ ਪੁਆਇੰਟ 2 ਆਪਣੇ ਇੱਕ ਵਰਟੀਕਲ ਲਾਈਨ ਨਾਲ ਜੁਆਇਨ ਕੀਤੇ ਜਾ ਸਕਦੇ ਨੇ, ਅਤੇ ਇਹਨਾਂ ਦੀ ਐਂਟਰੋਪੀ ਦੋਵੇਂ ਪੁਆਇੰਟਸ ਦੀ ਸੇਮ ਹੈ। ਇਸੇ ਕਰਕੇ ਜਿਹੜੀ ਇਹ ਪ੍ਰੋਸੈਸ ਹੈ 1 ਅਤੇ 2 ਦੇ ਵਿਚਾਲੇ, ਇਹਨੂੰ ਆਪਾਂ ਕਹਿੰਦੇ ਹਾਂ ਆਈਜ਼ੈਂਟਰੋਪਿਕ ਪ੍ਰੋਸੈਸ। ਇਸ ਤੋਂ ਬਾਅਦ ਕੀ ਹੋ ਰਿਹਾ ਕਿ ਪੁਆਇੰਟ 2 'ਤੇ ਆਪਣਾ ਜਿਹੜਾ ਰੈਫ੍ਰਿਜਰੈਂਟ ਹੈ ਉਹ ਕੰਪਰੈਸਰ ਤੋਂ ਬਾਹਰ ਆ ਗਿਆ, ਅਤੇ ਉਸ ਤੋਂ ਬਾਅਦ ਉਹ ਜਾਂਦਾ ਹੈ ਕੰਡੈਂਸਰ 'ਚ। ਇਹ ਆਪਣਾ ਹੈ ਕੰਡੈਂਸਰ ਦਾ ਏਰੀਆ। ਇਸ ਦੇ ਵਿੱਚ ਕੀ ਹੋ ਰਿਹਾ, 2 ਪੁਆਇੰਟ 'ਤੇ ਐਂਟਰੀ ਕਰਦਾ ਹੈ ਆਪਣਾ ਰੈਫ੍ਰਿਜਰੈਂਟ, ਅਤੇ 4 ਪੁਆਇੰਟ 'ਤੇ ਐਗਜ਼ਿਟ ਕਰਦਾ ਹੈ। ਅਤੇ ਇਸ ਰੀਜਨ 'ਚ ਆਪਣੀ ਜਿਹੜੀ ਹੀਟ ਹੈ ਉਹ ਸਿੰਕ ਨੂੰ ਰਿਜੈਕਟ ਕੀਤੀ ਜਾਂਦੀ ਹੈ। ਅਤੇ ਇਸ ਤੋਂ ਬਾਅਦ ਨੈਕਸਟ ਪੁਆਇੰਟ 4 ਅਤੇ ਪੁਆਇੰਟ 5 ਇਹਨਾਂ ਦੇ ਵਿਚਾਲੇ ਆਪਣਾ ਆ ਗਿਆ ਐਕਸਪੈਂਸ਼ਨ ਡਿਵਾਈਸ।
तो इस प्रोसैस नूं कहंदे आपां एक्सपेंशन प्रोसैस। इस पॉइंट इस रीजन च की हो रहा है, अपनी एंट्रोपी थोड़ी जी इनक्रीज़ हो रही है तो टैंपरेचर डिक्रीज़ हो रहा है। सिमिलरली तुसी इस प्रोसैस नूं पीएच डायग्राम ते भी देख सकते हो। पीएच मतलब पी मतलब प्रैशर तो एच मतलब एंथैल्पी। प्रैशर एंथैल्पी डायग्राम सेम चीज़ इस दे विच हो रही है। ये अपनी सैचुरेटेड लिक्विड लाइन, सैचुरेटेड वेपर लाइन। हुण इस दे विच की हो रहा है, इवेपोरेशन, इत्थे अपना कंप्रैशन, दैन कंडेंसेशन और तो उस तो बाद एक्सपेंशन। हुण इस च तुसीं देखोगे अपने कोल दो टर्म्स दित्तियां गईयां ने, वन इज़ पीसी, वन इज़ पीसी एंड सैकेंड वन इज़ पीई। पीसी का मतलब है कंप्रैसर प्रैशर तो पीई का मतलब है इवैपोरेटर प्रैशर। पीई का मतलब है इवैपोरेटर प्रैशर। इस पॉइंट से जिथे इवैपोरेटर है, इस रीजन च जिहड़ा प्रैशर है उन्होंने कहा जा रहा है पीई प्रैशर। तो इस रीजन च जिहड़ा प्रैशर है उन्होंने आप कह रहे हैं पीसी यानी कि कंप्रैसर प्रैशर। हुण आपां डिस्कस करते हैं कि एक VCRS सिस्टम, एक सिंपल VCRS सिस्टम दे विच जे आपां नूं वैरीअस टर्म्स जिवें रैफ्रिजरेशन इफैक्ट, COP ते कंप्रैसर वर्क ये फाइंड आउट करन नूं कहा जाए तो आपां किवें करांगे। तो इस दे लई फस्ट ऑफ ऑल आपां नूं लोड़ पऊगी एंथैल्पी दी वैल्यूज़ दी। किन किन पॉइंट्स से? फस्ट वन इज़ एट द एंट्री ऑफ कंप्रैसर, दैन एट द एग्जिट ऑफ कंप्रैसर एंड थर्ड वन इज़ एट द एंट्री ऑफ इवैपोरेटर। यानी कि पॉइंट 1, पॉइंट 2 ते पॉइंट 4 ते जिहड़ी एंथैल्पी दी वैल्यू है वो आपां नूं गिवन भी हो सकती है, उन्होंने आपां नूं वैरीअस चार्ट्स तो फाइंड आउट करने लिए भी कहा जा सकता है, या फिर किसी रेफ्रिजरेशन टेबल तो भी फाइंड आउट करने लिए किया जा सकता है। तो आपां एक सिंपल जा एग्जाम्पल लेके चलते हैं कि जिथे आपां नूं ये वैल्यूज़ दित्तियां गईयां ने। सो आपां नूं दित्तियां गईयां ने वैल्यूज़, सब तो पहला H4 की वैल्यूज़ आपां नूं दित्ती गई है इस पॉइंट से। तो H4 की वैल्यू है सपोज 80 किलो जूल पर kg। सिमिलरली H1 की वैल्यू आपां नूं दित्ती गई है, दैट इज़ 120 किलो जूल पर kg। तो H2 की वैल्यू आपां नूं दित्ती गई है 140 किलो जूल पर kg। ये किलो जूल पर kg की च आपां नूं वैल्यू दित्ती गई है, मतलब पर किलोग्राम ऑफ रेफ्रिजरेंट फ्लो तो आपां नूं वैल्यू दित्ती गई है। हुण आपां फाइंड आउट करना है रेफ्रिजरेशन इफैक्ट, कंप्रैसर वर्क ते COP। सब तो पहला आपां फाइंड आउट करांगे रेफ्रिजरेशन इफैक्ट। रेफ्रिजरेशन इफैक्ट का मतलब की है, जिवें आपां लास्ट लैक्चर 'च भी डिस्कस किया सी कि जदों अपना रेफ्रिजरेंट इवैपोरेटर चों पास हुंदा है तो वो कितनी हीट अब्जॉर्व करता है। तो रेफ्रिजरेंट इस पॉइंट ते एंट्री करता है इवैपोरेटर च, इस पॉइंट ते एग्जिट करता है इवैपोरेटर चों। यानी कि जो भी एंथैल्पी चेंज इन्हां दोहां पॉइंट के विचकार होगा वो हो जाएगा अपना हीट अब्जॉर्ब्ड या फिर रेफ्रिजरेशन इफैक्ट। यानी कि डिफरेंस ऑफ एंथैल्पी बिटवीन पॉइंट 1 एंड पॉइंट 4, यानी कि H1 माइनस H4। अपने एग्जाम्पल च आपां नूं H1 दिता गया 120, H4 दिता गया 80, यानी कि अपना RE हो जाएगा 120 माइनस 80, 40 किलो जूल पर kg। नाउ नेक्स्ट वी हैव टू फाइंड आउट वर्क डन बाय कंप्रैसर। तो अगेन आपां वही चीज़ देखांगे, ये अपना है कंप्रैसर की एंट्री, ये अपनी है कंप्रैसर की एग्जिट। यानी कि रेफ्रिजरेंट इत्थे कंप्रैसर च एंट्री करता है, इत्थे एग्जिट करता है।
इन दोहां पॉइंट ਦੇ ਵਿਚਕਾਰ जो भी उसका एंथैल्पी चेंज होगा वो अपना W ਦੇ इक्वल होगा, यानी कि H2 माइनस H1। H2 ਆਪਾਂ ਨੂੰ ਦਿੱਤਾ ਗਿਆ ਹੈ 140, H1 ਆਪਾਂ ਨੂੰ ਦਿੱਤਾ ਗਿਆ ਹੈ 120, यानी कि अपना कंप्रेसर वर्क कितना आ गया 20 किलो जूल पर kg, राइट। ਹੁਣ ਆਪਾਂ ਨੂੰ RE मिल गया, ਆਪਾਂ ਨੂੰ W भी मिल गया। नैक्सट वी हैव टू फाइंड आउट COP, यानी कि कोफिशिएंट ऑफ परफॉर्मेंस। तो आप लास्ट लैक्चर च डिस्कस किया सी कोफिशिएंट ऑफ परफॉर्मेंस का मतलब की है RE डिवाइड बाय W। RE आप फाइंड आउट किया सी 40, W आप फाइंड आउट किया सी 20, यानी कि अपना COP इस सिस्टम का आ गया 2। इसका मतलब ये है कि 1 किलो जूल जे ਆਪਾਂ ਨੂੰ ਹੀਟ ਅਬਜ਼ੋਰਬ ਕਰਾਣੀ ਹੈ ਆਪਣੇ ਰੈਫਰੀਜਰੈਂਟ ਤੋਂ, ਤਾਂ ਉਸ ਦੇ ਲਈ ਅੱਧਾ ਕਿਲੋ ਜੂਲ ਆਪਾਂ ਨੂੰ એનર્ਜੀ ਪ੍ਰੋਵਾਈਡ ਕਰਨੀ ਪਵੇਗੀ। ਇਸ ਤਰੀਕੇ ਨਾਲ ਆਪਾਂ ਆਪਣੇ VCRS ਸਿਸਟਮ 'ਚ COP, RE ਤੇ W ਫਾਈਂਡ ਆਊਟ ਕਰ ਸਕਦੇ ਹਾਂ। ਇਹ ਬਿਲਕੁਲ ਸਿੰਪਲ ਕੇਸ ਡਿਸਕਸ ਕੀਤਾ ਆਪਾਂ। ਹੋਰ ਵੀ ਆਪਾਂ ਇਸ ਦੇ ਵਿੱਚ ਕੰਪਲੈਕਸਿਟੀ ਇੰਟਰੋਡਿਊਸ ਕਰ ਸਕਦੇ ਹਾਂ, ਬਟ ਜਿਹੜਾ ਬੇਸਿਕ ਪ੍ਰਿੰਸੀਪਲ ਹੈ ਉਹ